ਵਾਰ 16ਵੀਂ ਪੌੜੀ 11ਵੀਂ। ਇੱਕ ਕਵਾਉ ਪਸਾਉ ਕਰ ਨਿਰੰਕਾਰ ਆਕਾਰ ਬਣਾਇਆ। ਤੋਲ ਅਤੋਲ ਨਾ ਤੋਲੀਐ ਤੁਲ ਨਾ ਤੁਲਾ ਧਾਰ ਤੁਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕਵਾਉ ਪਸਾਉ ਕਰ ਨਿਰੰਕਾਰ ਆਕਾਰ ਬਣਾਇਆ। ਭਾਈ ਗੁਰਦਾਸ ਜੀ 11ਵੀਂ ਪੌੜੀ ਦੇ ਵਿੱਚ ਪਰਮੇਸ਼ਰ ਜਿਨੇ ਇਹ ਸਾਰੀ ਰਚਨਾ ਨੂੰ ਰਚਿਆ ਹੈ, ਬਣਾਇਆ ਹੈ, ਉਸ ਪਰਮੇਸ਼ਰ ਦੇ ਇਸ ਧਰਤੀ ਨੂੰ, ਇਸ ਬ੍ਰਹਿਮੰਡ ਨੂੰ ਬਣਾਉਣ ਦਾ ਤਰੀਕਾ ਕੀ ਸੀਗਾ, ਕਿਸ ਤਰ੍ਹਾਂ ਉਹਨਾਂ ਨੇ ਬਣਾਉਣਾ ਕੀਤਾ, ਤੇ ਉਪਰੰਤ ਇਸ ਸੰਸਾਰ ਦੇ ਵਿੱਚ ਪਰਮਾਤਮਾ ਕਿਵੇਂ ਵਰਤ ਰਿਹਾ ਹੈ। ਉਹ ਆਪ ਹੀ ਆਤਮਾ ਸਰੂਪ ਕਰਕੇ ਸਾਰਿਆਂ ਦੇ ਜੀਵਨ ਰੂਪ ਹੋ ਕੇ ਸਾਰਿਆਂ ਨੂੰ ਲਾਈਫ ਫਾਰਮ ਬਣ ਕੇ ਸਾਰਿਆਂ ਨੂੰ ਜਿਉਂਦਾ ਕਰਦਾ ਹੈ। ਉਸ ਪਰਮੇਸ਼ਰ ਦੀ ਐਸੀ ਗਤੀ ਨੂੰ, ਪਰਮੇਸ਼ਰ ਦੇ ਐਸੇ ਨਿਰਗੁਣ ਤੇ ਸਰਗੁਣ ਸਰੂਪ ਨੂੰ ਸਿਰਫ ਇੱਕ ਗੁਰਮੁਖ ਹੀ ਜਾਣਦੇ ਹਨ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਆਪਾਂ ਨੂੰ ਇੱਥੇ ਦ੍ਰਿਸ਼ਟਾਂਤ ਐਗਜ਼ਾਮਪਲ ਦੇ ਕੇ ਸਮਝਾਉਂਦੇ ਹਨ। ਇੱਕ ਕਵਾਉ ਪਸਾਉ ਕਰ, ਇੱਕ ਕਵਾਓ, ਇੱਕ ਆਵਾਜ਼ ਦੇ ਨਾਲ, ਜਿਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਦੀ 16ਵੀਂ ਪੌੜੀ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਇੱਕੋ ਕਵਾਓ ਹੈ, ਇੱਕੋ ਹੀ ਉਹ ਆਵਾਜ਼ ਹੈ ਓਮ ਦੀ, ਜਿਹਦੇ ਕਰਕੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ। ਉਸ ਆਵਾਜ਼ ਨੇ ਹੀ ਇਸ ਸੰਸਾਰ ਨੂੰ ਸਾਜਿਆ ਹੈ। ਤੋ ਪਰਮਾਤਮਾ ਨੇ ਆਪਣੇ ਆਪ ਨੂੰ ਸਰਗੁਣ ਰੂਪ ਦੇ ਵਿੱਚ ਈਸ਼ਵਰ ਬਣ ਕੇ ਇਸ ਸੰਸਾਰ ਨੂੰ ਰਚ ਕਰਕੇ ਆਪ ਹੀ ਇਸ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਸੋ ਇੱਕੋ ਕਵਾਓ, ਇੱਕੋ ਆਵਾਜ਼ ਦੇ ਨਾਲ ਇਸ ਸੰਸਾਰ ਦੀ ਸਾਰੀ ਹੈ ਬ੍ਰਹਮੰਡ, ਜਿਨੇ ਯੂਨੀਵਰਸ ਹਨ, ਗੈਲੈਕਸੀਜ਼ ਹਨ, ਉਹ ਸਾਰੀ ਪਰਮਾਤਮਾ ਨੇ ਇੱਕੋ ਓਮ ਦੀ ਆਵਾਜ਼ ਦੇ ਵਿੱਚ ਨਾਲ ਕਹਿਣ ਦੇ ਨਾਲ ਹੀ ਉਹਨਾਂ ਨੇ ਇਹ ਸਾਰਾ ਸੰਸਾਰ ਪ੍ਰਗਟ ਕੀਤਾ। ਸੋ ਇੱਥੇ ਜਿਹੜਾ ਹੈ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਦੁਨੀਆ ਦੀ ਰਚਨਾ ਸ਼ਬਦ ਤੋਂ ਸ਼ੁਰੂ ਹੋਈ ਹੈ। ਉਹੀ ਸ਼ਬਦ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਰੂਪ, ਆਪ ਪਰਮੇਸ਼ਰ ਰੂਪ ਹੋ ਕੇ ਆਪਣੇ ਆਪ ਨੂੰ ਉਹਨਾਂ ਨੇ ਪ੍ਰਗਟ ਕੀਤਾ ਹੈ। ਉਹੀ ਸ਼ਬਦ ਨੇ ਸੰਸਾਰ ਨੂੰ ਬਣਾਇਆ ਤੇ ਉਹੀ ਸ਼ਬਦ ਨੇ ਜਿਹੜਾ ਹੈ ਆਪਾਂ ਨੂੰ ਤਾਰਨਾ ਹੈ। ਉਹੀ ਗੁਰੂ ਰੂਪ ਹੈ, ਉਹੀ ਪਰਮੇਸ਼ਰ ਰੂਪ ਹੈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਅੱਗੇ ਆਪਾਂ ਨੂੰ ਕਹਿੰਦੇ ਹਨ, ਨਿਰੰਕਾਰ ਆਕਾਰ ਬਣਾਇਆ। ਸ਼ਬਦ ਰੂਪ ਹੋ ਕੇ ਉਸ ਨਿਰੰਕਾਰ ਜੋ ਨਿਰਆਕਾਰ ਹੈ, ਜਿਹਦਾ ਆਕਾਰ ਨਹੀਂ, ਜੋ ਨਿਰਗੁਣ ਸਰੂਪ ਕਰਕੇ ਪਰਮੇਸ਼ਰ ਦਾ ਕੋਈ ਫਾਰਮ ਨਹੀਂ, ਉਹ ਫਾਰਮਲੈਸ ਹੈ ਤੇ ਉਹਨੇ ਆਪਣਾ ਇੱਕ ਫਾਰਮ ਬਣਾਇਆ ਹੈ। ਸੋ ਇਹ ਓਮ ਦੀ ਆਵਾਜ਼ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਫਾਰਮ ਦੇ ਵਿੱਚ ਲੈ ਕੇ ਆਏ ਹਨ। ਪਹਿਲਾ ਉਹਨਾਂ ਦਾ ਫਾਰਮ ਕੀ ਹੈ? ਸਾਰਾ ਬ੍ਰਹਿਮੰਡ, ਸਾਰੀਆਂ ਜਿਹੜੀਆਂ ਹਨ ਇਸ ਸੰਸਾਰ, ਉਸ ਦਾ ਹੀ ਰੂਪ ਹੈ। ਦੂਸਰਾ, ਉਸਨੇ ਆਪਣਾ ਇੱਕ ਖਾਸ ਰੂਪ ਪ੍ਰਗਟ ਕੀਤਾ ਜਿਹਨੂੰ ਆਪਾਂ ਗੁਰੂ ਨਾਨਕ ਕਹਿੰਦੇ ਹਾਂ। ਤੇ ਉਹੀ ਗੁਰੂ ਨਾਨਕ ਨੇ ਜਿਹੜਾ ਹੈ 10 ਪਾਤਸ਼ਾਹੀ ਤੱਕ ਆਪਣੇ ਜਿਹੜਾ ਹਨ ਮਨੁੱਖਾ ਦੇਹ ਵਿੱਚ ਰਹਿ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਰੱਖਿਆ। ਉਸ ਤੋਂ ਬਾਅਦ ਸ਼ਬਦ ਰੂਪ ਹੋ ਕੇ ਸਦੀਵੀ ਗੁਰੂ, ਸਦੀਵੀ ਪਰਮਾਤਮਾ ਦਾ ਉਹ ਸਰੂਪ ਬਣ ਕੇ ਜਿਹੜੇ ਹਨ ਉਹ ਸ਼ਬਦ ਦੇ ਵਿੱਚ ਜਿਹੜੇ ਹਨ ਆਪਣੇ ਨਿੱਜੀ ਸਰੂਪ ਨੂੰ ਸਮਾ ਦਿੱਤਾ। ਸੋ ਇਸ ਕਰਕੇ ਉਸ ਪਰਮਾਤਮਾ ਨੇ ਇਹ ਨਿਰੰਕਾਰ ਨੇ ਆਕਾਰ ਬਣਾਇਆ ਹੈ। ਤੋਲ ਅਤੋਲ ਨਾ ਤੋਲੀਐ। ਉਹ ਪਰਮਾਤਮਾ ਜਿਹਦਾ ਤੋਲ, ਜਿਹਦਾ ਵੇਟ ਜਿਹੜਾ ਹੈ, ਕੋਈ ਵੀ ਜਿਹੜੀ ਹੈ ਮੈਸ਼ਰਿੰਗ ਮਸ਼ੀਨ ਜਾਂ ਵੇਟ ਵਾਲੀ ਮਸ਼ੀਨ ਕਿਤੇ ਲੈ ਨਹੀਂ ਸਕਦੀ। ਉਹ ਜਿਹੜਾ ਉਸਦਾ ਤੋਲ, ਉਸਦਾ ਵੇਟ ਹੈ, ਉਹ ਅਤੋਲ ਹੈ, ਉਹ ਤੋਲਣ ਤੋਂ ਰਹਿਤ ਹੈ। ਕਿਉਂਕਿ ਜੇ ਤਕੜੀ ਨਾਲ ਤੋਲਿਆ ਜਾਵੇ ਕਿ ਇਹ ਤਕੜੀ ਨੂੰ ਹੁਣ ਕਿੱਥੇ ਰੱਖਾਂਗੇ, ਜੇ ਸਾਰੇ ਬ੍ਰਹਿਮੰਡ ਨੂੰ ਆਪਾਂ ਤੋਲਣਾ ਹੋਵੇ ਤਾਂ ਕਿਵੇਂ ਤੋਲਿਆ ਜਾ ਸਕਦਾ ਹੈ? ਨਹੀਂ ਉਹ ਤਕੜੀ ਬਣੀ, ਨਹੀਂ ਉਹ ਵੱਟੇ ਬਣੇ ਜਿਹਦੇ ਕਰਕੇ ਉਸ ਪਰਮਾਤਮਾ ਦੀ ਇਸ ਬ੍ਰਹਿਮੰਡ ਨੂੰ ਜਾਂ ਉਸ ਦੇ ਸਰੂਪ ਨੂੰ ਤੋਲਿਆ ਜਾਵੇ। ਤੋਲਨਾ ਤੁਲਾ ਧਾਰ ਤੁਲਾਇਆ। ਦੇਖੋ ਉਹ ਤੋਲਾ ਧਾਰ, ਜੋ ਤੋਲਣ ਵਾਲਾ ਜੋ ਇੰਸਟਰੂਮੈਂਟ ਹੈ, ਉਹ ਤਾਂ ਬਣਿਆ ਨਹੀਂ ਹੁਣ ਤੱਕ, ਨਾ ਹੀ ਕਿਤੇ ਬਣੇਗਾ। ਤਾਂ ਤੁਲਾਇਆ, ਉਹਦਾ ਜਿਹੜਾ ਹੈ ਮੈਸ਼ਰਮੈਂਟ ਯੂਨਿਟਸ ਜਿਹੜੇ ਹਨ ਉਹ ਵੀ ਨਹੀਂ ਬਣੇ। ਕਿਉਂਕਿ ਇੰਨਾ ਭਾਰ ਦਾ ਜਿਹੜਾ ਹੈ ਕੌਣ ਜਿਹੜਾ ਹੈ ਅੰਦਾਜ਼ਾ ਲਾ ਸਕਦਾ ਹੈ ਕਿ ਸਾਰੇ ਬ੍ਰਹਿਮੰਡ ਦਾ ਤੋਲ ਕਿੱਡਾ ਕੁ ਵੱਡਾ ਹੈ। ਇਸ ਦਾ ਦੂਜਾ ਅਰਥ ਇਹ ਵੀ ਹੈ ਤੋਲ ਅਤੋਲ ਨਾ ਤੋਲੀਐ,
ਕਹਿਣਗੇ ਉਹ ਪਰਮਾਤਮਾ ਦੇ ਗੁਣਾਂ ਦਾ ਤੋਲ ਨਹੀਂ ਹੋ ਸਕਦਾ। ਉਹ ਪਰਮਾਤਮਾ ਦੀ ਕੀਰਤੀ ਦਾ ਜਿਹੜਾ ਅੰਡਜ, ਜੇਰਜ, ਸੇਤਜ ਤੇ ਉਤਪੁਜ 4 ਖਾਣੀਆਂ ਵਿੱਚ ਪਰਮਾਤਮਾ ਨੇ ਸੰਸਾਰ ਨੂੰ ਰਚਿਆ ਹੈ, ਉਸ ਦਾ ਤੋਲ ਕੋਈ ਤੋਲ ਨਹੀਂ ਸਕਦਾ। ਉਸ ਦੇ ਜਿਹੜੇ ਹਨ ਤੋਲ ਦਾ ਮਤਲਬ ਕਿ ਉਸ ਦੀ ਰਚਨਾ ਨੂੰ ਉਹਨਾਂ ਨੇ ਕਿਵੇਂ ਸਾਜਿਆ, ਕਿਵੇਂ ਬਣਾਇਆ, ਕਿਵੇਂ ਉਹ ਸਸਟੇਨ ਕਰ ਰਹੇ ਨੇ, ਕਿਸ ਤਰ੍ਹਾਂ ਉਹ ਪਾਲਣਾ ਕਰ ਰਹੇ ਨੇ, ਉਹ ਨਹੀਂ ਹੋ ਸਕਦਾ। ਲੇਖ ਅਲੇਖ ਨਾ ਲਿਖੀਐ। ਇਸ ਕਰਕੇ ਪਰਮਾਤਮਾ ਦਾ ਜਿਹੜਾ ਲੇਖ ਹੈ, ਜੇ ਪਰਮਾਤਮਾ ਨੂੰ ਡਿਸਕ੍ਰਾਈਬ ਕਰਨਾ ਚਾਹੀਏ, ਉਸ ਦਾ ਲੇਖ ਨੂੰ ਲਿਖਣਾ ਕਰੀਏ ਤਾਂ ਕਹਿੰਦੇ ਅਲੇਖ ਹੈ, ਉਸ ਦਾ ਲੇਖਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਲੇਖਾ ਜਦੋਂ ਆਪਾਂ ਕਰੀਏ ਕੋਈ ਜਿਹੜਾ ਹਨ ਰੈਫਰੈਂਸ ਕਰਨਾ ਪੈਂਦਾ ਹੈ, ਕੋਈ ਰੈਫਰੈਂਸ ਰੱਖਣਾ ਪੈਂਦਾ ਕਿਸੇ ਲੇਖ ਨੂੰ ਲਿਖਣ ਵਾਸਤੇ। ਕਿਹੜੇ ਆਧਾਰ ਤੇ ਆਪਾਂ ਲਿਖ ਰਹੇ ਹਾਂ, ਕਿਹਨੂੰ ਆਪਾਂ ਰੈਫਰੈਂਸ ਮੰਨ ਕੇ ਆਪਾਂ ਉਹ ਚੀਜ਼ ਨੂੰ ਆਪਾਂ ਜਿਹੜਾ ਹਨ ਸਮਝ ਰਹੇ ਹਾਂ ਜਾਂ ਦੱਸ ਰਹੇ ਹਾਂ। ਸੋ ਇਸ ਕਰਕੇ ਪਰਮਾਤਮਾ ਲੇਖ ਤੋਂ ਅਲੇਖ। ਸੋ ਲੇਖ ਕੀ ਹੈ? ਜੋ ਕਰਮਾਂ ਦਾ ਲੇਖ ਹੈ, ਜੋ ਡੈਸਟੀਨ ਹੁੰਦਾ ਹੈ, ਹਰ ਇੱਕ ਦੇ ਮੱਥੇ ਤੇ ਲਿਖਿਆ ਹੁੰਦਾ ਹੈ, ਉਹ ਲੇਖ ਤੋਂ ਵੀ ਅਲੇਖ ਪਰਮਾਤਮਾ ਹੈ। ਕਹਿੰਦੇ ਨਾ ਲਿਖੀਐ, ਉਹ ਨਹੀਂ ਲਿਖਿਆ ਜਾਂਦਾ। ਅੰਗ ਨਾ ਅੱਖਰ ਲੇਖ ਲਿਖਾਇਆ। ਦੇਖੋ ਉਸ ਦਾ ਜਿਹੜਾ ਅੰਗ ਜਿਹੜਾ ਹੈ, ਨਾ ਤਾਂ ਉਸ ਦੇ ਜਿਹੜੇ ਹਨ ਅੰਗ ਤੋਂ ਆਪਾਂ ਅੰਕ ਵੀ ਲੈ ਲਈਏ, ਨਾ ਉਹਨੂੰ ਨੰਬਰਸ ਵਿੱਚ ਲਿਖਿਆ ਜਾ ਸਕਦਾ ਹੈ, ਨਾ ਐਲਫਾਬੈਟ 'ਚ ਲਿਖਿਆ ਜਾ ਸਕਦਾ ਹੈ, ਨਾ ਜਿਹੜਾ ਹਾਂ ਅੰਗ ਨਾ ਅੱਖਰ। ਕਹਿਣ ਲੱਗੇ ਇਹ ਦੋਵਾਂ ਵਿੱਚ ਵੀ ਪਰਮਾਤਮਾ ਦੀ ਗਿਣਤੀ ਮਿਣਤੀ, ਪਰਮਾਤਮਾ ਦਾ ਲੇਖ ਨਹੀਂ ਲਿਖਿਆ ਜਾ ਸਕਦਾ। ਲੇਖ ਲਿਖਾਇਆ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਆਪਣਾ ਲੇਖ ਆਪ ਹੀ ਲਿਖਦਾ ਹੈ, ਆਪ ਹੀ ਲਿਖਾਉਂਦਾ ਹੈ। ਜਿਸ ਤਰ੍ਹਾਂ ਆਪ ਜੀ ਨੇ ਜਿਹੜਾ ਹਨ ਜੇ ਇਤਿਹਾਸ ਪੜ੍ਹਿਆ ਤਾਂ 15 ਭਗਤ ਜਿਹੜੇ ਹਨ ਉਹਨਾਂ ਨੇ ਆਪਣੇ ਸਮੇਂ ਸਿਰ ਜਿਹੜੀਆਂ ਹਨ ਬੜੀਆਂ ਜਿਹੜੀਆਂ ਹਨ ਸ਼ਬਦ ਉਚਾਰਨ ਕੀਤੇ, ਲੋਕਾਂ ਨੂੰ ਉਪਦੇਸ਼ ਵੀ ਦਿੱਤਾ, ਬੜਾ ਕੁਝ ਉਹਨਾਂ ਨੇ ਦੁਨੀਆ ਨੂੰ ਕਹਿ ਕੇ ਸਮਝਾਇਆ। ਪਰ ਉਹਨਾਂ ਦੀ ਬਾਣੀ ਨੂੰ ਪ੍ਰਗਟ ਕਰਨ ਵਾਸਤੇ ਉਹ ਪਰਮਾਤਮਾ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਵਿੱਚ ਬਹਿ ਕਰਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਉਹ ਭਗਤਾਂ ਨੂੰ ਫੇਰ ਦੁਬਾਰਾ ਪ੍ਰਗਟ ਕੀਤਾ ਤੇ ਉਹਨਾਂ ਦੇ ਜਿਹੜੇ ਹਨ ਉਹਨਾਂ ਨੂੰ ਉਹ ਸ਼ਕਤੀ ਪਰਮਾਤਮਾ ਦੇ ਰੂਪ ਗੁਰੂ ਅਰਜਨ ਦੇਵ ਜੀ ਨੇ ਦਿੱਤੀ, ਤਾਂ ਉਹਨਾਂ ਨੇ ਉਹ ਬਾਣੀ ਨੂੰ ਜਿਹੜਾ ਹੈ ਉਚਾਰਨਾ ਕੀਤਾ। ਤੋ ਉਹਨਾਂ ਦੀ ਸ਼ਕਤੀ ਦਿੱਤੀ ਹੋਈ ਉਹ ਸ਼ਬਦ ਵਿੱਚ ਪ੍ਰਗਟ ਹੋਈ। ਹੁਣ ਇਸ ਤਰ੍ਹਾਂ ਹੈ ਨਾ, ਜਿਸ ਤਰ੍ਹਾਂ ਆਪਣੇ ਅੰਦਰ ਐਨਰਜੀ ਹੈ, ਹਰ ਇੱਕ ਜਿਉਂਦੇ ਬੰਦੇ ਵਿੱਚ ਐਨਰਜੀ ਹੈ, ਪਰ ਹੁਣ ਐਨਰਜੀ ਨੂੰ ਆਪਾਂ ਕਿਵੇਂ ਪ੍ਰਗਟ ਕਰ ਸਕਦੇ ਹਾਂ? ਆਪਾਂ ਉਹ ਐਨਰਜੀ ਨੂੰ ਫੀਲ ਕਰ ਸਕਦੇ ਹਾਂ, ਉਹ ਆਪਾਂ ਐਨਰਜੀ ਨੂੰ ਵਰਤ ਜ਼ਰੂਰ ਸਕਦੇ ਹਾਂ, ਪਰ ਉਹ ਐਨਰਜੀ ਨੂੰ ਆਪਾਂ ਪ੍ਰਗਟ ਨਹੀਂ ਕਰ ਸਕਦੇ, ਆਪਾਂ ਦੱਸ ਨਹੀਂ ਸਕਦੇ। ਕਿਵੇਂ ਦੱਸਾਂਗੇ? ਸੋ ਇਸ ਪ੍ਰਕਾਰ ਬਾਣੀ ਹੈ। ਕਹਿੰਦੇ ਬਾਣੀ ਭਾਵੇਂ ਉਹਨਾਂ ਦੇ ਅੰਦਰ ਫੁਰਦੀ ਸੀਗੀ, ਉਹਨਾਂ ਦੀ ਭਗਤੀ ਭਾਵਨਾ ਕਰਕੇ, ਪਰ ਜਦੋਂ ਪ੍ਰਗਟ ਕਰਨ ਦੀ ਲੋੜ ਪਈ ਤਾਂ ਪਰਮਾਤਮਾ ਨੇ ਆਪ ਪ੍ਰਗਟ ਕੀਤੀ ਹੈ। ਆਪ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਨੂੰ ਪ੍ਰਗਟ ਕੀਤਾ, ਤਾਂ ਉਹਨਾਂ ਵਿੱਚ ਸਮਰੱਥਾ ਆਈ ਉਹ ਬਾਣੀ ਨੂੰ ਉਚਾਰਨ ਕਰਨ ਦੀ। ਸੋ ਇਸ ਕਰਕੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਉਹ ਤਾਂ ਪਰਮਾਤਮਾ ਨੇ ਆਪ ਹੀ ਲਿਖੀ, ਆਪ ਹੀ ਉਚਾਰੀ ਤੇ ਆਪ ਹੀ ਇਕੱਤਰ ਕੀਤੀ ਹੈ। ਇਸ ਕਰਕੇ ਇੱਥੇ ਜਿਹੜਾ ਹੈ ਕਹਿੰਦੇ ਵੀ ਜਿਹੜਾ ਹਨ ਉਹ ਪਰਮਾਤਮਾ ਐਸਾ ਹੈ, ਕਹਿੰਦਾ ਵੀ ਲੇਖ ਲਿਖਾਇਆ। ਜਦੋਂ ਉਹ ਲੇਖ ਨੂੰ ਲਿਖਾਉਂਦਾ ਉਹ ਆਪ ਹੀ ਲਿਖਾਉਂਦਾ ਹੈ, ਕਿਉਂਕਿ ਉਹਦੇ ਬਾਰੇ ਕੋਈ ਹੋਰ ਨਹੀਂ ਲਿਖ ਸਕਦਾ। ਮੁੱਲ ਅਮੁੱਲ ਨਾ ਮੋਲੀਐ। ਮੁੱਲ ਹੁਣ ਉਹਦਾ ਪ੍ਰਾਈਸ ਦੇਖ ਲਓ, ਹੁਣ ਤੁਸੀਂ ਕਿਵੇਂ ਉਹਨੂੰ ਵੈਲਿਊ ਕਰੋਗੇ? ਕਹਿੰਦੇ ਵੀ ਮੁੱਲ, ਕਹਿੰਦੇ ਮੁੱਲ ਜਿਹੜੀ ਚੀਜ਼ ਹੈ ਉਹ ਤਾਂ ਮਾਇਆ ਨਾਲ ਪੈਂਦੀ ਹੈ, ਦੂਸਰਾ ਗੁਨਾਹ ਕਰਕੇ ਪੈਂਦੀ ਹੈ, ਤੀਜਾ ਅਹਿਸਾਨ ਕਰਕੇ ਵੀ ਪੈ ਜਾਂਦੀ ਹੈ। ਸੋ ਕਹਿੰਦੇ ਜਿਹੜਾ ਮੁੱਲ ਹੁੰਦਾ ਹੈ ਨਾ ਕਿਸੇ ਚੀਜ਼ ਨੂੰ ਵੈਲਿਊ ਕਰਨਾ, ਕਹਿੰਦੇ ਮੁੱਲ ਅਮੁੱਲ, ਕਹਿੰਦੇ ਉਹ ਤਾਂ ਅਮੁੱਲ ਹੈ, ਉਹਦਾ ਮੁੱਲ ਆਪਾਂ ਕਿਵੇਂ ਪਾਵਾਂਗੇ? ਕਿਉਂਕਿ ਉਹਦੇ ਵਰਗੀ ਕੋਈ ਹੋਰ ਵਸਤੂ ਨਹੀਂ ਹੈਗੀ, ਉਹਦੇ ਕੰਪੈਰੀਜ਼ਨ ਤੇ ਕੋਈ ਹੋਰ ਵਸਤੂ ਤਾਂ ਹੈ ਨਹੀਂ। ਸੋ ਬਾਣੀ ਤਾਂ ਪਰਮਾਤਮਾ ਦਾ ਰੂਪ ਹੀ ਹੈ, ਇਸ ਕਰਕੇ ਨਾ ਮੁੱਲੀ ਹੈ, ਉਹ ਮੁੱਲ ਨਹੀਂ ਵਿਕਦੀ, ਉਹ ਮੁੱਲ ਨਹੀਂ ਕੋਈ ਲੈ ਸਕਦਾ ਵੀ ਮੈਂ ਚੰਗੇ ਕਰਮ ਕੀਤੇ ਹੈ, ਮੈਂ ਇੰਨਾ ਦਾਨ ਪੁੰਨ ਕੀਤਾ ਹੈ, ਪਰਮਾਤਮਾ ਤੈਨੂੰ ਬਾਣੀ ਮੇਰੇ ਵਾਸਤੇ ਪ੍ਰਗਟ ਕਰ, ਨਹੀਂ ਹੋ ਸਕਦਾ, ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਜੇ ਆਪਾਂ ਕਹੀਏ ਮੈਂ ਇੰਨਾ ਸਿਮਰਨ ਕੀਤਾ ਹੈ ਪਰਮਾਤਮਾ ਤੈਨੂੰ ਇਹ ਦੇਣਾ ਚਾਹੀਦਾ, ਨਹੀਂ ਹੋ ਸਕਦਾ। ਕਿਵੇਂ ਮੁੱਲ ਪਾ ਲਈਏ? ਨਾ ਸਿਮਰਨ ਨਾਲ ਆਪਾਂ ਮੁੱਲ ਪਾ ਸਕਦੇ ਹਾਂ, ਨਾ ਕਰਮ ਕਾਂਡਾ ਜਿਹੜਾ ਹਾਂ ਪੁੰਨਾ ਕਰਕੇ ਪਾ ਸਕਦੇ ਹਾਂ, ਨਾ ਆਪਣੇ ਪਿਛਲੇ ਲੇਖਾਂ ਨਾਲ ਪਾ ਸਕਦੇ ਹਾਂ। ਕਿਉਂਕਿ ਬੰਦਾ ਜਿਹੜਾ ਕਰਮ ਕਰਦਾ ਉਹ ਤਾਂ ਗਿਣਤੀ ਵਿੱਚ ਹੈ ਨਾ, ਪਰਮਾਤਮਾ ਤਾਂ ਗਿਣਤੀ ਤੋਂ ਪਰੇ ਹੈ, ਉਹ ਅਲੇਖ ਰੂਪ ਹੈ। ਇਸ ਕਰਕੇ ਜਿਵੇਂ ਰਾਮਚੰਦਰ ਜੀ ਨੇ ਇੱਕ ਵਾਰੀ ਬੈਠਿਆਂ ਕਹਿੰਦੇ ਇੱਕ ਕੀੜਾ ਜਿਹੜਾ ਸੀਗਾ ਉਹ ਕੰਧ ਤੇ ਚੜ੍ਹਦਾ ਸੀਗਾ, ਮੁੜ ਕੇ ਉਹ ਡਿੱਗੀ ਜਾਂਦਾ ਸੀ ਕਿਉਂਕਿ ਉਹਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ। ਸੋ ਰਾਮਚੰਦਰ ਜੀ ਉਹਨੂੰ ਦੇਖ ਕੇ ਹੱਸਣ ਲੱਗੇ
ਤੇ ਕੋਲੇ ਵਿਆਸ ਜੀ ਬੈਠੇ, ਕਹਿੰਦੇ ਰਾਮ ਜੀ ਕਿਉਂ ਹੱਸਦੇ ਹੋ? ਕਹਿੰਦੇ ਦੇਖ ਮੈਂ ਉਹ ਕੀੜੇ ਵੱਲ ਦੇਖਦਾ ਹਾਂ, ਇਹ ਕੀੜੇ ਨੇ ਕਿੰਨੀ ਵਾਰੀ ਇੰਦਰ ਦੇ ਤਖਤ ਤੇ ਬੈਠਾ ਸਵਰਗਾਂ ਦਾ ਰਾਜਾ ਸੀ, ਅੱਜ ਦੇਖੋ ਇੱਕ ਕੰਧ ਨਹੀਂ ਇਹਦੇ ਤੋਂ ਚੜ੍ਹ ਹੁੰਦੀ। ਦੇਖੋ ਲੇਖ ਤਾਂ ਉਹ ਚੀਜ਼ ਹੈ ਨਾ ਜਿਹੜੀ ਲੇਖੇ ਵਿੱਚ ਲੈ ਕੇ ਆਪਾਂ ਉਹਦਾ ਪ੍ਰਾਈਸ ਬਣਾ ਲੈਂਦੇ ਹਾਂ, ਇੱਕ ਵੈਲਿਊ ਬਣਾ ਕੇ ਆਪਾਂ ਉਸ ਨੂੰ ਵਰਤ ਲੈਂਦੇ ਹਾਂ। ਜਿਸ ਤਰ੍ਹਾਂ ਲੋਕ ਕਹਿੰਦੇ ਨੇ ਚੰਗੇ ਪੁੰਨਾਂ ਦਾ ਜਿਹੜਾ ਹੈ ਆਪਾਂ ਨੂੰ ਜਿਹੜਾ ਉਸ ਦਾ ਫਲ ਹੈ ਸਵਰਗਾਂ ਵਿੱਚ ਮਿਲਦਾ ਹੈ। ਹੁਣ ਉਹਦਾ ਤਾਂ ਵਟਾਂਦਰਾ ਕਰ ਲਿਆ ਆਪਾਂ, ਪੁੰਨ ਕਰ ਲਏ ਤੇ ਉਹਦਾ ਫਲ ਵੀ ਖਾ ਲਿਆ, ਫਿਰ ਤਾਂ ਬਾਕੀ ਕੁਝ ਨਾ ਰਹਿ ਗਿਆ, ਤਾਂ ਬਿਜ਼ਨਸ ਹੋਇਆ ਹੈ। ਤੇ ਇੱਥੇ ਗੱਲ ਜਿਹੜੀ ਭਾਈ ਗੁਰਦਾਸ ਜੀ ਕਹਿੰਦੇ ਨਾ ਮੁੱਲੀਏ, ਨਹੀਂ ਮੁੱਲ ਲਿੱਤਾ ਜਾਂਦਾ ਕੋਈ ਵੀ ਤਰੀਕੇ ਦੇ ਨਾਲ। ਲੱਖ ਪਦਾਰਥ ਲਵੇ ਨਾ ਲਾਇਆ। ਦੇਖੋ ਲੱਖਾਂ ਹੀ ਪਦਾਰਥਾਂ ਨੂੰ ਇਕੱਠੇ ਕਰਕੇ ਕਹਿ ਦਿਓ ਕਿ ਮੈਨੂੰ ਪਰਮਾਤਮਾ ਦਾ ਨਾਮ ਚਾਹੀਦਾ ਹੈ, ਕਹਿੰਦੇ ਨਹੀਂ ਹੋ ਸਕਦਾ। ਕਹਿੰਦੇ ਇੱਕ ਨਹੀਂ ਦੋ ਨਹੀਂ ਲੱਖਾਂ ਹੀ ਪਦਾਰਥ ਇਕੱਠੇ ਕਰ ਲਓ, ਫੇਰ ਵੀ ਕਹਿੰਦੇ ਉਹਨਾਂ ਦੀ ਕੀਮਤ ਜਿਹੜੀ ਹੈ ਨੇੜੇ ਨਹੀਂ ਲੱਗਦੀ ਨਾਮ ਦੇ। ਨਾਮ ਤਾਂ ਐਸੀ ਸ਼ੈ ਹੈ ਜਿਹੜਾ ਗੁਰੂ ਮਹਾਰਾਜ ਆਪ ਹੀ ਬਖਸ਼ਿਸ਼ ਕਰ ਸਕਦੇ ਨੇ, ਆਪ ਹੀ ਦਿੰਦੇ ਨੇ। ਜੇ ਪਰਮਾਤਮਾ ਦਵੇਗਾ ਤਾਂ ਮਿਲੇਗਾ, ਜੇ ਨਹੀਂ ਦਵੇਗਾ ਤਾਂ ਕਹਿੰਦੇ ਜਿੰਨਾ ਮਰਜ਼ੀ ਪਦਾਰਥ ਇਕੱਠੇ ਕਰਕੇ ਢੇਰ ਲਾ ਦਿਓ, ਭਾਵੇਂ ਸਾਰੀ ਦੁਨੀਆ ਨੂੰ ਉਹਨਾਂ ਦੇ ਬਦਲੇ ਦੇ ਦਿਓ, ਫਿਰ ਵੀ ਉਹਦਾ ਪ੍ਰਾਈਸ ਉਹਦਾ ਜਿਹੜਾ ਹੈ ਨੇੜੇ ਨਹੀਂ ਲੱਗਦਾ। ਬੋਲ ਅਬੋਲ ਨਾ ਬੋਲੀਐ। ਦੇਖੋ ਬੋਲ, ਜੇ ਕਹੀਏ ਬੋਲ ਕੇ ਆਪਾਂ ਕਹਿ ਦਈਏ ਮੈਂ ਚੰਗੇ ਚੰਗੇ ਬੋਲਾਂ ਦੇ ਨਾਲ, ਮੈਂ ਚੰਗੀ ਚੰਗੀ ਪੋਇਟਰੀ ਦੇ ਨਾਲ, ਜਾਂ ਮੈਂ ਚੰਗੇ ਸ਼ਬਦਾਂ ਦੇ ਨਾਲ, ਮੈਂ ਕੋਈ ਜਿਹੜਾ ਹਨ ਲਿਟਰੇਚਰ ਦੇ ਜਿਹੜੇ ਹਨ ਉਹਨਾਂ ਦੇ ਨਾਲ, ਜਾਂ ਮੈਂ ਹੋਰ ਕੋਈ ਤਰੀਕਿਆਂ ਦੇ ਨਾਲ ਮੈਂ ਬੋਲਾਂ, ਕਹਿੰਦੇ ਅਬੋਲ। ਉਹ ਪਰਮਾਤਮਾ ਦੇ ਗੁਣ ਤਾਂ ਇੰਨੇ ਵੱਡੇ ਨੇ ਕਿ ਬੰਦਾ ਅਬੋਲ ਹੋ ਜਾਂਦਾ ਹੈ। ਬੋਲਦਿਆਂ ਉਹਨੂੰ ਸਮਝ ਪੈ ਜਾਂਦੀ ਹੈ ਕਿ ਜਿੰਨਾ ਮੈਂ ਬੋਲ ਰਿਹਾ ਪਰਮਾਤਮਾ ਉਨਾ ਹੀ ਵੱਡਾ ਹੋ ਰਿਹਾ ਹੈ, ਜਿੰਨਾ ਮੈਂ ਹੋਰ ਬੋਲਾਂਗਾ ਪਰਮਾਤਮਾ ਉਨਾ ਹੀ ਹੋਰ ਵੱਡਾ ਹੋ ਜਾਣਾ ਹੈ। ਇਸ ਕਰਕੇ ਨਾ ਬੋਲੀ ਹੈ। ਕਹਿੰਦੇ ਫਿਰ ਕੀ ਹੁੰਦਾ ਹੈ, ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ ਬੋਲੀ ਹੈ, ਫਿਰ ਬੋਲਣ ਨੂੰ ਜੀ ਨਹੀਂ ਕਰਦਾ। ਕਹਿੰਦੇ ਫੇਰ ਕੀ ਬੋਲੀਏ, ਬੋਲ ਕੇ ਕੀ ਫਰਕ ਪੈਣਾ ਹੈ? ਉਹ ਪਰਮਾਤਮਾ ਤਾਂ ਜਿੱਡਾ ਕਹੋ ਤਾਂ ਉਤੋਂ ਵੀ ਵੱਡਾ ਆਪ ਹੈ। ਸੁਣ ਸੁਣ ਆਖਣ ਆਖ ਸੁਣਾਇਆ। ਪਰ ਫੇਰ ਕੋਈ ਸਵਾਲ ਕਰ ਦਵੇ, ਦੇਖੋ ਕਿੰਨੇ ਵੇਦ ਸ਼ਾਸਤਰ ਲਿਖੇ ਪਏ ਹਨ, ਕਿੰਨੇ ਪੁਰਾਣ ਸਿਮਰਤੀਆਂ ਲਿਖੀਆਂ ਪਈਆਂ ਹਨ, ਕਿੰਨੇ ਗਿਆਨ ਗ੍ਰੰਥ ਲਿਖੇ ਪਏ ਹਨ, ਫਿਰ ਉਹਨਾਂ ਦੇ ਵਿੱਚ ਤਾਂ ਕੁਝ ਲਿਖਿਆ ਹੀ ਹੈ ਨਾ। ਤੇ ਜੇ ਕੋਈ ਇਹ ਸਵਾਲ ਕਰੇ, ਭਾਈ ਗੁਰਦਾਸ ਜੀ ਕਹਿੰਦੇ ਆ ਸੁਣ ਸੁਣ ਆਖਣ ਆਖ ਸੁਣਾਇਆ। ਲੋਕੀ ਤਾਂ ਸੁਣ ਕੇ ਕਿਸੇ ਦੀ ਸੁਣ ਲਈ, ਉਹਨੇ ਸੁਣ ਕੇ ਉਹਨੇ ਆਪ ਕਹਿ ਦਿੱਤਾ, ਆਪ ਕਹਿ ਕੇ ਸੁਣਾ ਦਿੱਤਾ। ਇਹ ਤਾਂ ਸੁਣਾਈਆਂ ਗੱਲਾਂ ਨੇ, ਕਿਤੋਂ ਸੁਣ ਲੀਆਂ ਕਿਤੇ ਜਾ ਕੇ ਦੱਸ ਦਿੱਤੀਆਂ। ਕਹਿੰਦੇ ਇਹ ਗੱਲਾਂ ਤਾਂ ਇੱਕ ਦੱਸਦਾ, ਦੂਜਾ ਸੁਣ ਕੇ ਤੇ ਤੀਜੇ ਨੂੰ ਹੋਰ ਜਾ ਕੇ ਦੱਸ ਦਿੰਦਾ। ਕਹਿੰਦੇ ਇਹ ਤਾਂ ਜਿਹੜੀਆਂ ਹਨ ਸੁਣ ਕੇ ਗੱਲਾਂ ਕਰਦੇ ਹਾਂ ਆਪਾਂ, ਪਰ ਜਿਹੜਾ ਅਨੁਭਵ ਵਾਲਾ ਗੱਲ ਹੈ ਨਾ, ਦੇਖੋ ਜਿਨ੍ਹਾਂ ਨੇ ਰੱਬ ਨੂੰ ਦੇਖਿਆ ਹੈ, ਜਿਨ੍ਹਾਂ ਨੇ ਰੱਬ ਵਿੱਚ ਸਮਾਏ ਹੋਏ ਨੇ, ਉਹਨਾਂ ਦੀ ਗੱਲ ਵੱਖਰੀ ਹੈ। ਕਹਿੰਦੇ ਬਾਕੀ ਤਾਂ ਲੋਕ ਸੁਣ ਕੇ ਹੀ ਦੱਸਦੇ ਹਨ ਨਾ। ਹੁਣ ਦੇਖੋ ਜੇ ਬਾਣੀ ਨੂੰ ਆਪਾਂ ਆਪਣੇ ਸਰੀਰ ਤੇ ਹੰਢਾਇਆ ਹੈ, ਜੇ ਬਾਣੀ ਨੂੰ ਆਪਾਂ ਪ੍ਰੈਕਟੀਕਲੀ ਕਮਾਇਆ ਹੈ, ਤਾਂ ਫਿਰ ਬਾਣੀ ਦੇ ਅਰਥ ਆਪ ਨੂੰ ਸਮਝ ਪੈ ਜਾਣਗੇ। ਨਹੀਂ ਤਾਂ ਕੀ ਹੁੰਦਾ ਹੈ, ਸੁਣ ਕੇ ਪੜ੍ਹ ਕੇ ਆਪਾਂ ਸੁਣਾ ਦਿੱਤੇ, ਗੱਲ ਉੱਥੇ ਹੀ ਰਹਿ ਗਈ। ਜਿੰਨਾ ਮੈਂ ਸੁਣਿਆ, ਜਿੰਨਾ ਮੈਂ ਸਮਝਿਆ, ਉਨਾ ਮੈਂ ਦੱਸ ਦਿੱਤਾ, ਪਰ ਇਹ ਗੱਲ ਜਿਹੜੀ ਹੈ ਇੱਥੇ ਮੁੱਕਦੀ ਨਹੀਂ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹ ਤਾਂ ਅਨੁਭਵ ਵਾਲੀਆਂ ਗੱਲਾਂ ਨੇ। ਜਿਨ੍ਹਾਂ ਨੇ ਰੱਬ ਦੇ ਕੋਲ ਹੋ ਕੇ ਦੇਖਿਆ, ਰੱਬ ਨੂੰ ਅਨੁਭਵ ਕੀਤਾ ਹੈ, ਉਹਨਾਂ ਨੂੰ ਤਾਂ ਪਤਾ ਹੈ। ਪਰ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਗੂੰਗੇ ਕੀ ਮਠਿਆਈ ਹੋ ਜਾਂਦਾ, ਫਿਰ ਉਹ ਕਹਿ ਕੇ ਕਿਵੇਂ ਦੱਸੇ? ਖਾ ਤਾਂ ਲਿਆ ਗੁੜ, ਹੁਣ ਗੂੰਗਾ ਕਿਵੇਂ ਦੱਸੇ ਵੀ ਕੀ ਸਵਾਦ ਆਇਆ ਹੈ? ਇਸ ਕਰਕੇ ਕਹਿੰਦੇ ਸੁਣ ਕੇ ਦੱਸਣ ਵਾਲੀਆਂ ਗੱਲਾਂ ਕਰਦੇ ਹਨ। ਅਗੰਮ ਅਥਾਹੋ ਅਗਾਧ ਬੋਧ। ਦੇਖੋ ਉਹ ਪਰਮਾਤਮਾ ਕੈਸਾ ਹੈ? ਕਹਿੰਦੇ ਉਹ ਅਗੰਮ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੀ ਸਮਝ, ਮਨ ਦੀ ਪਕੜ ਤੋਂ ਪਰੇ ਹੈ ਪਰਮਾਤਮਾ ਕਿੱਡਾ ਕੁ ਵੱਡਾ ਹੈ। ਕਹਿੰਦੇ ਅਥਾਓ ਹੈ। ਕਹਿੰਦੇ ਅਥਾਓ ਕੀ? ਉਹਦਾ ਸਪਿਰਿਟ। ਕਹਿੰਦਾ ਦੇਖੋ ਜਿਵੇਂ ਜਿੱਥੋਂ ਤੱਕ ਦੇਖੋਗੇ ਪਰਮਾਤਮਾ ਉਤੋਂ ਵੀ ਗਾਂ ਹੈ, ਪਰਮਾਤਮਾ ਅੱਗੇ ਤੋਂ ਅੱਗੇ ਹੈ। ਇਸ ਕਰਕੇ ਅਥਾਹ ਹੈ, ਅਗਾਧ ਡੂੰਘਿਆਈ। ਪਰਮਾਤਮਾ ਕਿੰਨਾ ਕੁ ਵੱਡਾ ਡੂੰਘਾ ਹੈ ਉਹ ਵੀ ਨਹੀਂ ਪਤਾ ਲੱਗਦਾ, ਕਿਉਂਕਿ ਉਹਦਾ ਥਾਂ ਦਾ ਪਤਾ ਹੀ ਨਹੀਂ ਲੱਗਦਾ, ਉਹਦਾ ਜਿਹੜਾ ਥੱਲਾ ਕਿੱਥੇ ਲੱਗਣਾ ਜਾ ਕੇ। ਜਿਵੇਂ ਬਰਮਾ ਨੂੰ ਜਿਹੜਾ ਹੰਕਾਰ ਹੋ ਗਿਆ ਸੀਗਾ, ਕਹਿੰਦਾ ਜਾਂ ਤਾਂ ਮੈਂ ਹਾਂ ਜਾਂ ਜਿਹੜਾ ਹੈ ਇਹ ਫੁੱਲ ਹੈ, ਬਾਕੀ ਤਾਂ ਕੁਝ ਵੀ ਨਹੀਂ ਹੈਗਾ ਸੰਸਾਰ ਵਿੱਚ, ਪਰਮਾਤਮਾ ਕਿੱਥੇ ਹੈਗਾ ਹੈ। ਤਾਂ ਉਸ ਵੇਲੇ ਉਸ ਦਾ ਪੈਰ ਤਿਲਕ ਗਿਆ ਤੇ ਇਹ ਬਰਮਾ ਜਿਹੜਾ ਸੀਗਾ ਕਹਿੰਦੇ ਉਸ ਨਾਲੀ ਦੇ ਵਿੱਚ ਚਲਿਆ ਗਿਆ। 36 ਯੁਗਾਂ ਵਾਸਤੇ ਉਹ ਨਾਲੀ ਦੇ ਵਿੱਚ ਡਿੱਗਦਾ ਹੀ ਗਿਆ ਅੰਦਰ ਨੂੰ।
ਸੋ ਡਿੱਗਦਿਆਂ ਡਿੱਗਦਿਆਂ ਹਜੇ ਵੀ ਉਹਦਾ ਐਂਡ ਨਹੀਂ ਆਉਂਦਾ ਸੀਗਾ। ਤਾਂ ਉੱਥੇ ਫਿਰ ਉਹਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਬ੍ਰਹਮਾ ਨੇ ਕਿ ਪਰਮਾਤਮਾ ਮੈਨੂੰ ਬਖਸ਼ ਲਾ, ਮੇਰੇ ਤੋਂ ਭੁੱਲ ਹੋ ਗਈ। ਤਾਂ ਉਹ ਬਾਹਰ ਆਇਆ। ਪਰਮਾਤਮਾ ਤਾਂ ਏਡਾ ਵੱਡਾ ਹੈ, ਅੰਤ ਨਾ ਪਾਰਾਵਾਰ ਨਾ ਪਾਇਆ। ਦੇਖੋ ਨਾ ਕਿਸੇ ਨੇ ਉਹਨਾਂ ਦਾ ਅੰਤ ਪਾਇਆ ਹੈ, ਨਾ ਉਸਦਾ ਪਾਰਾਵਾਰ, ਉਸਦਾ ਜਿਹੜਾ ਗਿਰਦ ਹੈ, ਕਿੱਡਾ ਕੁ ਵੱਡਾ ਪਰਮਾਤਮਾ ਹੈ, ਪਰਮਾਤਮਾ ਕਿੱਥੋਂ ਤੱਕ ਹੈ। ਤੇ ਫਿਰ ਨਾ ਪਾਇਆ, ਕਿਸੇ ਕੋਈ ਵੀ ਨਹੀਂ ਪਾ ਸਕਿਆ ਵੀ ਉਹ ਪਰਮਾਤਮਾ ਕਿੱਥੋਂ ਤੱਕ ਹੈ। ਜੇ ਕਹਿ ਦਈਏ ਨਾ ਬੰਦਾ ਮੂਨ ਤੇ ਚਲ ਗਿਆ ਜੀ, ਇੱਥੇ ਰੱਬ ਹੈ ਨਹੀਂ, ਹੈ ਜੀ ਉੱਥੇ ਵੀ। ਮਾਰਸ ਦੇ ਵਿੱਚ ਚਲੇ ਜਾਓ ਉੱਥੇ ਵੀ ਹੈ, ਜੁਪੀਟਰ ਚਲੇ ਜਾਓ, ਕਿਤੇ ਮਰਜੀ ਚਲੇ ਜਾਓ, ਸਾਰੇ ਕਿਤੇ ਪਰਮਾਤਮਾ ਹੈ। ਪਰਮਾਤਮਾ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਹੈ। ਕੁਦਰਤ ਕੀਮ ਨਾ ਜਾਣੀਐ। ਇਸ ਕਰਕੇ ਕਹਿੰਦੇ ਕੁਦਰਤ ਦੀ ਕੀਮਤ ਨਹੀਂ ਪਾਈ ਜਾਂਦੀ, ਕੁਦਰਤ ਦਾ ਅੰਤ ਨਹੀਂ ਪਾਇਆ ਜਾਂਦਾ। ਹੁਣ ਕੁਦਰਤ ਹੁੰਦਾ ਇੱਕ ਕਾਦਰ ਹੈ, ਇੱਕ ਕੁਦਰਤ ਹੈ। ਕਾਦਰ ਹੁੰਦਾ ਹੈ ਕ੍ਰੀਏਟਰ, ਕੁਦਰਤ ਹੁੰਦੀ ਆ ਕ੍ਰੀਏਸ਼ਨ ਉਸਦੀ। ਸੋ ਜਿਹੜਾ ਕਾਦਰ ਤੇ ਕੁਦਰਤ ਦੋ ਚੀਜ਼ਾਂ ਹਨ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਕੁਦਰਤ ਕੀ ਮਨਾ ਜਾਣੀ ਹੈ। ਕਹਿੰਦੇ ਦੇਖੋ ਬੰਦੇ ਆ ਕਿੰਨਾ ਲਿਮਿਟਡ ਹੈ। ਕਹਿੰਦੇ ਕਿ ਪਰਮਾਤਮਾ ਦੀ ਕੁਦਰਤ, ਪਰਮਾਤਮਾ ਦੀ ਕ੍ਰੀਏਸ਼ਨ, ਪਰਮਾਤਮਾ ਦੀ ਬਣਾਈ ਹੋਈ ਦੀ ਵੀ ਅੰਤ ਨਹੀਂ ਪਾ ਸਕਦਾ। ਦੇਖੋ ਅੱਜ ਤੱਕ ਕਿਹੜਾ ਬੰਦਾ ਜਿਹੜਾ ਕਲੇਮ ਕਰ ਲਵੇ ਮੈਂ ਸਾਰੀ ਦੁਨੀਆ ਨੂੰ ਸਮਝ ਲਿਆ, ਜਿੰਨਾ ਕੁਝ ਬਣਿਆ ਹੋਇਆ ਹੈ ਮੈਂ ਸਭ ਕੁਝ ਜਾਣ ਲਿਆ, ਮੈਂ ਜਿਹੜਾ ਹਨ ਅੰਤ ਪਾ ਲਿਆ ਪਰਮਾਤਮਾ ਦੀ ਕੁਦਰਤ ਦਾ, ਕਿਸੇ ਨੇ ਨਹੀਂ ਕਿਹਾ, ਨਾ ਕੋਈ ਕਲੇਮ ਹੀ ਕਰ ਸਕਦਾ ਹੈ। ਕਿਉਂਕਿ ਕਹਿੰਦੇ ਇਹ ਕੁਦਰਤ ਪਰਮਾਤਮਾ ਦੀ ਕ੍ਰੀਏਸ਼ਨ ਦਾ ਵੀ ਅੰਤ ਨਹੀਂ ਕਿਸੇ ਤੋਂ ਪਾਇਆ ਜਾਂਦਾ। ਕਿਸੇ ਨੂੰ ਨਹੀਂ ਪਤਾ ਕਿੱਥੇ ਫੁੱਲ ਸਟਾਪ ਲਾਈਏ, ਰਿਸਰਚ ਨੂੰ ਕਿੱਥੇ ਫੁੱਲ ਸਟਾਪ ਲਾ ਦਈਏ ਵੀ ਹੁਣ ਰਿਸਰਚ ਮੁੱਕ ਗਈ ਹੈ, ਹੁਣ ਆਪਾਂ ਹੋਰ ਕੰਮ ਕਰੀਏ, ਨਹੀਂ ਹੋ ਸਕਦਾ। ਅੱਗੇ ਤੋਂ ਅੱਗੇ ਹੈ। ਜਿਵੇਂ ਬਿਮਾਰੀਆਂ ਹਨ, ਹੁਣ ਦੇਖੋ ਆਪਾਂ ਇਸ ਬਿਮਾਰੀਆਂ ਨੂੰ ਆਪਾਂ ਪੜ੍ਹਦੇ ਹਾਂ, ਪਹਿਲਾਂ ਤਾਂ ਕੋਵਿਡ ਹੋ ਗਈ, ਹਾਂਜੀ, ਫਿਰ ਕਹਿੰਦੇ ਇੱਕ ਹੋਰ ਆ ਗਈ, ਹੁਣ ਉਹ ਤੋਂ ਬਾਅਦ ਮਿਊਟੇਟ ਹੋ ਕੇ ਹੋਰ ਬਣ ਜਾਣੀ ਹੈ। ਇਹਦਾ ਕਿੱਥੇ ਅੰਤ ਪੈਣਾ ਹੈ। ਦੇਖੋ ਇੰਨੀ ਛੋਟੀ ਜਿਹੀ ਚੀਜ਼ ਦਾ ਅੰਤ ਨਹੀਂ ਪੈ ਸਕਦਾ, ਬਾਕੀ ਤਾਂ ਬਹੁਤ ਕੁਝ ਹੈ। ਕਿਉਂਕਿ ਇਹ ਜਿਹੜੀਆਂ ਹਨ ਪਰਮਾਤਮਾ ਨੇ ਇਹ ਆਪਣੀ ਕਾਦਰ ਨੇ ਆਪਣੀ ਕੁਦਰਤ ਨੂੰ ਬਣਾਇਆ, ਜਿਹਦਾ ਅੰਤ ਨਹੀਂ ਕੋਈ ਪਾ ਸਕਦਾ। ਕੇਵਡ ਕਾਦਰ ਕਿਤ ਘਰ ਆਇਆ। ਜੇ ਦੇਖੋ ਕੇਵਡ ਕਾਦਰ, ਕਹਿੰਦੇ ਜੇ ਕੁਦਰਤ ਦੀ ਕੀਮਤ ਨਹੀਂ ਪਾਇਆ, ਕਹਿੰਦੇ ਕੀਮਤ ਨਾ ਪਾਇਆ, ਕਹਿੰਦੇ ਜੇ ਕੁਦਰਤ ਦੀ ਨਹੀਂ ਤੁਸੀਂ ਕੀਮਤ ਪਾ ਸਕਦੇ ਤਾਂ ਫਿਰ ਉਹ ਕਾਦਰ ਬਣਾਉਣ ਦੀ ਤੁਸੀਂ ਕਿਵੇਂ ਅੰਤ ਪਾ ਸਕਦੇ ਹੋ। ਦੇਖੋ ਉਹ ਤਾਂ ਇਹ ਤੋਂ ਵੀ ਵੱਡਾ ਹੈ, ਇਹਨੂੰ ਬਣਾਉਣ ਵਾਲਾ ਜਿਹੜਾ ਇਹ ਤੋਂ ਕਿਤੇ ਵੱਡਾ ਹੈ। ਕਹਿੰਦੇ ਕਿਤ ਘਰ ਆਇਆ, ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਕਿਸ ਦੇ ਘਰ ਵਿੱਚ ਆਇਆ ਭਾਈ। ਕਹਿੰਦੇ ਕਿਵੇਂ ਕਹੋਗੇ ਵੀ ਉਹ ਆਇਆ ਹੈ, ਉਹ ਗਿਆ ਹੈ, ਕਹਿੰਦੇ ਨਹੀਂ ਕਹਿ ਸਕਦੇ, ਕਿਉਂਕਿ ਉਹ ਆਤਮਾ ਰੂਪ ਕਰਕੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਪਰਮਾਤਮਾ ਨਹੀਂ ਆਉਂਦਾ ਜਾਂਦਾ, ਪਰਮਾਤਮਾ ਤਾਂ ਉੱਥੇ ਹੀ ਹੈ ਜਿੱਥੇ ਹੈ। ਕਹਿੰਦੇ ਪਰ ਆਪਾਂ ਜਿਹੜੇ ਅਗਿਆਨਤਾ ਕਰਕੇ, ਇਗਨੋਰੈਂਸ ਕਰਕੇ ਆਪਾਂ ਨੂੰ ਲੱਗਦਾ ਹੈ ਮੈਂ ਆਇਆ ਤੇ ਮੈਂ ਗਿਆ ਹਾਂ, ਅਸਲ 'ਚ ਇਹ ਵੀ ਹੈ ਨਹੀਂ। ਪਰ ਜੇ ਅਗਰ ਆਪਾਂ ਪਰਮਾਤਮਾ ਤੋਂ ਵਿਛੜਦੇ ਹਾਂ ਨਾ, ਆਪਣੇ ਆਪ ਨੂੰ ਪਰਮਾਤਮਾ ਨੂੰ ਆਈਸੋਲੇਟ ਕਰਦੇ ਹਾਂ ਨਾ, ਉੱਥੇ ਹੀ ਪ੍ਰੋਬਲਮ ਆਪਣੇ ਸ਼ੁਰੂ ਹੁੰਦੇ ਨੇ। ਉੱਥੇ ਫਿਰ ਆਪਾਂ ਜੀਵ ਬਣ ਜਾਂਦੇ ਹਾਂ ਤੇ ਪਰਮਾਤਮਾ ਈਸ਼ਵਰ ਬਣ ਜਾਂਦਾ ਹੈ। ਇਸ ਕਰਕੇ ਕਹਿੰਦੇ ਇਹ ਜਿਹੜਾ ਹਨ, ਕਹਿੰਦੇ ਕਿਤ ਆਇਆ, ਕਹਿੰਦੇ ਕਿ ਕਿਵੇਂ ਕਹੀਏ ਵੀ ਕਿੱਥੋਂ ਆਇਆ ਹੈ। ਗੁਰਮੁਖ ਸੁਖ ਫਲ ਸਾਧ ਸੰਗ। ਜੋ ਗੁਰਮੁਖ ਹਨ ਉਹਨਾਂ ਨੂੰ ਸੁੱਖਾਂ ਦਾ ਫਲ, ਜੋ ਗੁਰੂ ਪਾਸੋਂ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ ਹੈ, ਤੇ ਸਾਧ ਸੰਗਤ ਵਿੱਚ ਬਹਿ ਕਰਕੇ ਉਹਨਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ। ਸ਼ਬਦ ਸੁਰਤ ਲਿਵ ਲੱਖ ਲਿਖਾਇਆ। ਹੁਣ ਦੇਖੋ ਭਾਈ ਗੁਰਦਾਸ ਜੀ ਨੇ ਇਹ ਸਾਰੇ ਐਗਜ਼ਾਮਪਲ ਦੇ ਕੇ ਕਹਿੰਦੇ ਦੇਖੋ ਗੁਰਮੁਖ ਲੋਕ ਜਿਹੜੇ ਹਨ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਰਮੇਸ਼ਰ ਮੰਨਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਹੀ ਸਭ ਕੁਝ ਮੰਨਿਆ, ਕਹਿੰਦੇ ਉਹਨਾਂ ਵਾਸਤੇ ਕੀ ਆ ਸ਼ਬਦ ਸੁਰਤ। ਉਹ ਆਪਣੀ ਸੁਰਤ, ਆਪਣੀ ਕਨਸੈਂਟਰੇਸ਼ਨ ਸ਼ਬਦ ਵਿੱਚ ਜੋੜ ਲੈਂਦੇ ਨੇ। ਜਦੋਂ ਉਹਨਾਂ ਦੀ ਸੁਰਤੀ ਸ਼ਬਦ ਵਿੱਚ ਟਿਕ ਜਾਂਦੀ ਹੈ ਤੇ ਇਹ ਇੱਕ ਲਿਵ, ਇੱਕ ਕਨੈਕਸ਼ਨ ਪੱਕਾ ਬਣ ਜਾਂਦਾ ਹੈ। ਫਿਰ ਕੀ ਹੁੰਦਾ, ਅਲਖ ਲਿਖਾਇਆ। ਉਹ ਪਰਮਾਤਮਾ ਦੇਖੋ ਕਿੱਡਾ ਜਿਹੜਾ ਹੈ ਵੱਡਾ ਹੈ, ਉਹ ਫਿਰ ਆਪਣੇ ਆਪ ਨੂੰ ਲਿਖਾ ਲੈਂਦਾ, ਆਪਣੇ ਆਪ ਨੂੰ ਦਿਖਾ ਦਿੰਦਾ ਹੈ। ਦੇਖ ਲਓ ਮੈਂ ਇਹ ਹਾਂ। ਦੇਖੋ ਗੁਰੂ ਨਾਨਕ ਨੂੰ ਅੱਖਾਂ ਨਾਲ ਤਾਂ ਭਾਵੇਂ ਬਹੁਤਿਆਂ ਨੇ ਦੇਖਿਆ ਹੈ, ਪਰ ਜਿਨ੍ਹਾਂ ਨੇ ਸ਼ਰਧਾ ਦੀਆਂ ਅੱਖਾਂ ਨਾਲ ਦੇਖਿਆ ਤਾਂ ਉਹਨਾਂ ਨੇ ਤਾਂ ਜਿਹੜੇ ਹਨ ਗੁਰੂ ਨਾਨਕ ਵਿੱਚ ਹੀ ਸਮਾ ਗਏ। ਉਹਨਾਂ ਨੇ ਤਾਂ ਗੁਰੂ ਨਾਨਕ ਤੋਂ ਇਲਾਵਾ ਫਿਰ ਕੁਝ ਹੋਰ ਨਹੀਂ ਦੇਖਿਆ। ਉਹਨਾਂ ਨੇ ਜਿਨ੍ਹਾਂ ਨੇ ਸ਼ਰਧਾ ਨਾਲ ਦੇਖ ਲਿਆ, ਉਹਨਾਂ ਨੇ ਸਿਰਫ ਗੁਰੂ ਨਾਨਕ ਨੂੰ ਹੀ ਦੇਖਿਆ। ਫਿਰ ਇਸੇ ਕਰਕੇ ਕਹਿੰਦੇ ਹਨ ਅਲਖ ਲਿਖਾਇਆ। ਦੇਖੋ ਗੁਰੂ ਨਾਨਕ ਨੂੰ ਲੋਕ ਜਿਹੜਾ ਭਾਵੇਂ ਭੂਤਨਾ ਕਹਿ ਦਿੰਦੇ ਸੀ, ਭਾਵੇਂ ਕੋਈ ਬੰਦਾ ਹੀ ਕਹਿ ਦਿੰਦੇ ਸੀ, ਬਹੁਤ ਕੁਝ ਕਹਿੰਦੇ ਸੀ, ਕੋਈ ਕਹੇ ਭੂਤਨਾ, ਕੋਈ ਬੇਤਾਲਾ, ਹਾਂਜੀ। ਸੋ ਇਹ ਗੱਲਾਂ ਤਾਂ ਲੋਕ ਕਰਦੇ ਸਨ, ਪਰ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਪਰਮਾਤਮਾ ਕਰਕੇ ਜਾਣਿਆ, ਅਲਖ ਲਿਖਾਇਆ, ਉਹਨਾਂ ਨੂੰ ਪਰਮਾਤਮਾ ਸਰੂਪ ਗੁਰੂ ਨਾਨਕ ਨੇ ਆਪਣੇ ਆਪ ਨੂੰ ਪ੍ਰਗਟ ਕਰਾ ਦਿੱਤਾ। ਇਸ ਕਰਕੇ ਜੇ ਅੱਜ ਕੱਲ੍ਹ ਵੀ ਕੋਈ ਕਹਿੰਦਾ ਹੈ ਨਾ ਗੁਰੂ ਨਾਨਕ ਜਿਹੜੇ ਹਨ ਰੱਬ ਨਹੀਂ ਆ, ਰੱਬ ਹੋਰ ਆ, ਗੁਰੂ ਨਾਨਕ ਹੋਰ, ਉਹਨਾਂ ਨੂੰ ਅੱਜ ਤੱਕ ਗੁਰੂ ਨਾਨਕ ਨੇ ਕਿਰਪਾ ਨਹੀਂ ਕੀਤੀ। ਉਹਨਾਂ ਨੂੰ ਗੁਰੂ ਨਾਨਕ ਨੇ ਆਪਣੇ ਆਪ ਨੂੰ ਪ੍ਰਗਟ ਕਰਕੇ ਨਹੀਂ ਅੱਜ ਤੱਕ ਦਿਖਾਇਆ।
ਜਿਨ੍ਹਾਂ ਨੂੰ ਦਿਖਾਇਆ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਨਾ। ਸੋ ਭਾਈ ਗੁਰਦਾਸ ਤਾਂ ਕਲੀਅਰਲੀ ਕਹਿ ਰਹੇ ਨੇ, ਕਹਿੰਦੇ ਅਲੱਖ ਲਖਾਇਆ। ਉਹਨਾਂ ਨੇ ਆਪਾਂ ਨੂੰ ਜਿਹੜਾ ਅਲੱਖ ਰੂਪ ਜਿਹੜਾ ਨਹੀਂ ਦੇਖਣ ਵਾਲਾ ਉਹਨੂੰ ਪ੍ਰਗਟ ਕਰਕੇ ਦਿਖਾ ਦਿੱਤਾ। ਪਰਮ ਪਿਆਲਾ ਅਜਰ ਜਰਾਇਆ। ਦੇਖੋ ਇਹ ਪਰਮ ਪਿਆਲਾ ਹੈ, ਇਹ ਪ੍ਰੇਮ ਦਾ ਪਿਆਲਾ ਹੈ, ਇਹ ਪਿਆਰ ਦਾ ਪਿਆਲਾ ਹੈ ਜਿਨ੍ਹਾਂ ਨੂੰ ਗੁਰੂ ਸਤਿਗੁਰੂ ਜੀ ਆਪ ਕਿਰਪਾ ਕਰਕੇ ਪਿਲਾਉਂਦੇ ਹਨ। ਜਿਵੇਂ ਖੰਡੇ ਬਾਟੀ ਦਾ ਅੰਮ੍ਰਿਤ ਹੈ, ਇਸ ਤੋਂ ਪਹਿਲਾਂ ਜਿਹੜਾ ਚਰਨਾਮ੍ਰਿਤ ਸੀਗਾ। ਸੋ ਕਹਿੰਦੇ ਇਹ ਪ੍ਰੇਮ ਦਾ ਪਿਆਲਾ ਹੈ, ਇਹ ਪ੍ਰੇਮ ਦਾ ਪਿਆਲਾ ਐਸਾ ਹੈ ਜਿਹਨੂੰ ਪੀ ਕਰਕੇ ਜਿਹੜਾ ਹਨ, ਦੇਖੋ ਨਾ, ਇੱਕ ਤਾਂ ਹੁੰਦੀ ਆ ਸੁਰਤੀ, ਇੱਕ ਹੁੰਦਾ ਹੈ ਸਰੀਰ। ਦੇਖੋ ਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ, ਆਪਾਂ ਨੂੰ ਸਰੀਰ ਤੋਂ ਹੀ ਸ਼ੁਰੂ ਕੀਤਾ। ਸਰੀਰ ਦੇ ਵਿੱਚ ਅੰਮ੍ਰਿਤ ਦੀ ਦਾਤ ਦੇ ਕਰਕੇ ਉਹਨਾਂ ਨੇ ਅੰਦਰੋਂ ਹੀ ਉਹ ਗੁਣਾਂ ਨੂੰ ਪ੍ਰਗਟ ਕਰ ਦਿੱਤਾ। ਆਪਣੀ ਬਖਸ਼ਿਸ਼ ਉਹਨਾਂ ਨੇ ਆਪਣੇ ਸਿੱਖਾਂ ਨੂੰ ਪਿਲਾ ਵੀ ਦਿੱਤੀ ਫਿਜ਼ੀਕਲੀ, ਤੇ ਫਿਰ ਉਹਨਾਂ ਦੀ ਸੁਰਤੀ ਜਿਹੜੀ ਸ਼ਬਦ ਕਰਕੇ ਆਪਣੇ ਜਿਹੜਾ ਹਨ ਆਪਣੇ ਅੰਦਰ ਹੀ ਜੋੜ ਲਈ। ਸੋ ਦੇਖੋ ਗੁਰੂ ਕਿੱਡੀ ਕਿਰਪਾ ਕਰਦਾ ਹੈ। ਮਹਾਰਾਜ ਨੇ ਫਿਰ ਅਜਰ ਜਰਾਇਆ, ਫਿਰ ਸਿੱਖਾਂ ਨੂੰ ਸਾਰੀਆਂ ਸ਼ਕਤੀਆਂ ਬਖਸ਼ਿਸ਼ ਕਰਕੇ, ਸਾਰੀਆਂ ਬਖਸ਼ਾਂ ਕਰਕੇ, ਕਹਿੰਦੇ ਫਿਰ ਸਿੱਖ ਨੂੰ ਇਹ ਵੀ ਉਪਦੇਸ਼ ਦਿੱਤਾ ਕਿ ਅਜਰ ਜਰਾਇਆ, ਨਾ ਜਰਨ ਵਾਲਾ, ਨਾ ਕੰਟਰੋਲ ਕਰਨ ਵਾਲਾ, ਨਾ ਜਿਹੜੀ ਚੀਜ਼ ਨੂੰ ਆਪਾਂ ਕਿਤੇ ਵੀ ਜਿਹੜੇ ਹਨ ਆਪਣੇ ਵਿੱਚ ਉਹਨੂੰ ਟਿਕਾ ਕੇ ਨਹੀਂ ਰੱਖ ਸਕਦੇ, ਉਹਨੂੰ ਵੀ ਮਹਾਰਾਜ ਨੇ ਕਿਹਾ ਟਿਕਾ ਕੇ ਰੱਖਣਾ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠੇ ਨੇ, ਉਹ ਤਾਂ ਸਾਰੀ ਦੁਨੀਆ ਨੂੰ ਠਾਰ ਸਕਦੇ ਨੇ, ਦੁਨੀਆ ਨੂੰ ਖਤਮ ਕਰਕੇ ਬਣਾ ਸਕਦੇ ਨੇ, ਪਰ ਕਹਿੰਦੇ ਜਦੋਂ ਤਤੀ ਤਵੀ ਤੇ ਬੈਠੇ ਤੇ ਦੇਖੋ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਤਵੀ ਨੂੰ ਠੰਡੀ ਨਹੀਂ ਕੀਤਾ, ਉਹੀ ਜਿਹੜਾ ਸੁਭਾਅ ਸੀ ਤਵੀ ਦਾ ਰੱਖਿਆ ਤੇ ਆਪ ਸਤਿਗੁਰਾਂ ਨੇ ਉੱਤੇ ਬੈਠ ਕਰਕੇ ਆਪਣੇ ਸਰੀਰ ਨੂੰ ਸਾੜਿਆ। ਦੇਖੋ ਜਿਹੜੇ ਹਨ ਭਗਤ ਜਿਹੜੇ ਹਨ ਕਿੰਨੇ ਹੋਏ ਹਨ, ਜਦੋਂ ਦੁੱਖ ਪੈਂਦਾ ਸੀ ਉਹ ਕੁਰਲਾਉਂਦੇ ਸਨ, ਪ੍ਰਮਾਤਮਾ ਕੇ ਪ੍ਰਾਰਥਨਾ ਕਰਦੇ ਪ੍ਰਮਾਤਮਾ ਬਚਾ ਲਾ, ਪਰ ਗੁਰੂ ਅਰਜਨ ਦੇਵ ਜੀ ਆਪ ਪਰਮੇਸ਼ਰ ਨੇ ਉਹਨੂੰ ਚੱਲਿਆ ਹੈ। ਇਹਨੂੰ ਕਹਿੰਦੇ ਅਜਰ ਨੂੰ ਜਰਨਾ ਹੈ, ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਨਾ, ਜਿਹੜਾ ਹੈ ਉਸੇ ਸ਼ਕਤੀ ਨੂੰ ਜਰ ਕੇ ਰੱਖਣਾ ਹੈ। ਇਹੀ ਸਿੱਖਿਆ ਗੁਰੂ ਆਪਣੇ ਸਿੱਖ ਨੂੰ ਦਿੰਦਾ ਹੈ। ਇਹ ਸਭ ਤੋਂ ਵੱਡੀ ਦਾਤ ਹੈ। ਸ਼ਕਤੀ ਹੁੰਦਿਆਂ ਹੋਇਆਂ ਵੀ ਨਹੀਂ ਵਰਤਣੀ, ਕਿਉਂਕਿ ਉਸਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ, ਉਸਦੇ ਭਾਣੇ ਦੇ ਵਿੱਚ ਹੀ ਰਹਿਣਾ ਹੈ। ਇਹੀ ਸਿੱਖਿਆ ਗੁਰੂ ਦੀ ਹੈ। ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲੈਵ ਲੱਖ ਲਖਾਇਆ। ਪਰਮ ਪਿਆਲਾ ਅਜਰ ਜਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ